Hello everyone, welcome back to the Temple of English Learning. This is the third and last video in the series of one word substitutions. And these three videos will cover almost all the important one word substitutions, which are important not only in Punjab public recruitment but also in any examination. So let's begin. At home, equally on land and in water. ਉਹ ਵਾਲੇ ਐਨੀਮਲਸ ਜਿਹੜੇ ਕਿ ਪਾਣੀ ਦੇ ਵਿੱਚ ਵੀ ਔਰ ਲੈਂਡ ਤੇ ਵੀ ਦੋਨੋਂ ਹੀ ਇਕੁਅਲੀ ਰਹਿ ਸਕਦੇ ਨੇ। ਉਹਨਾਂ ਐਨੀਮਲਸ ਨੂੰ ਆਪਾਂ ਕਹਿੰਦੇ ਆ ਐਮਫੀਬੀਅਸ। ਐਮਫੀਬੀਅਸ ਐਮਫੀ ਵਰਡ ਜਿਹੜਾ ਆਪਾਂ ਯੂਜ਼ ਕਰਦੇ ਆ ਉਹ ਯੂਜ਼ ਹੁੰਦਾ ਦੋ ਦੇ ਲਈ, ਕਿਉਂਕਿ ਇੱਥੇ ਵਾਟਰ ਔਰ ਲੈਂਡ ਦੋ ਵਾਸਤੇ ਯੂਜ਼ ਕੀਤਾ ਗਿਆ ਹੈ, ਤਾਂ ਐਮਫੀਬੀਅਸ ਵਰਡ ਆਪਾਂ ਇੱਥੇ ਯੂਜ਼ ਕਰਦੇ ਹਾਂ। Living or going in flocks or herds. ਇਹ ਦੋਨੋਂ words ਜਿਹੜੇ ਨੇ we have done it in the first video of one word substitution, if you remember that. Flock ਜਿਹੜਾ ਹੈ ਉਹ ਹੁੰਦਾ ਹੈਗਾ ਆਪਣੇ ਕੋਲ a number of sheep, group of sheep ਜਦੋਂ ਉਹ ਇਕੱਠੇ ਹੁੰਦੇ ਨੇ ਉਹਨੂੰ ਆਪਾਂ flock ਕਹਿੰਦੇ ਆ। ਔਰ herd ਹੁੰਦਾ ਹੈਗਾ when there is a number of cattle. ਤਾਂ ਉਹ ਵਾਲੇ ਐਨੀਮਲਸ ਜਿਹੜੇ ਹੁੰਦੇ ਨੇ those who have tendency or living in flocks and herds, they are known as gregarious, right? A plant or animal growing on another, ਕੋਈ ਵੀ plant ਹੈ ਜਾਂ animal ਹੈ ਜਿਹੜਾ ਦੂਸਰੇ ਤੇ depend ਕਰਦਾ ਹੈ, ਜਿਹੜਾ ਆਪ ਖੁਦ ਕੁਝ ਨਹੀਂ ਕਰਦਾ ਬਲਕਿ ਦੂਸਰੇ ਤੇ ਹੀ dependent ਹੁੰਦਾ ਹੈ, ਉਸਨੂੰ ਆਪਾਂ ਕਹਿੰਦੇ ਆ ਪੈਰਾਸਾਈਟ। ਜਨਰਲੀ ਇਹ ਵਰਡ ਜੋ ਹੈ ਪਲਾਂਟਸ ਲਈ ਯੂਜ਼ ਕੀਤਾ ਜਾਂਦਾ ਹੈਗਾ ਕਿ ਪੈਰਾਸਿਟਿਕ ਪਲਾਂਟ ਆਪਾਂ ਬੋਲਦੇ ਆ ਪੈਰਾਸਾਈਟ। ਬਹੁਤ ਹੀ ਸਿੰਪਲ ਵਰਡ ਹੈ ਨੈਕਸਟ ਵਾਲਾ, ਲਾਸਟਿੰਗ ਫॉर ਅ ਸਿੰਗਲ ਈਅਰ ਔਰ ਸੀਜ਼ਨ। ਇੱਕ ਸਾਲ ਲਈ ਜਾਂ ਇੱਕ ਸੀਜ਼ਨ ਲਈ ਜਿਹੜਾ ਹੁੰਦਾ ਹੈ ਐਨੂਅਲ। ਲਾਸਟਿੰਗ ਫॉर 2 years, 2 years, biennial, bi means 2, okay, biennial. Lasting for many years, ਜਿਹੜਾ ਬਹੁਤ ਸਾਲਾਂ ਲਈ ਚੱਲਦਾ ਹੈ perennial. Annual ਇੱਕ ਸਾਲ, biennial 2 ਸਾਲ ਔਰ ਬਹੁਤ ਸਾਲਾਂ ਦੇ ਲਈ perennial. Okay. Lasting only for 1 day, okay. ਇੱਕ ਦਿਨ ਕਹਿ ਸਕਦੇ ਹੋ ਜਾਂ short time, short period ਹੁੰਦਾ ਹੈਗਾ, okay. That is known as ephemeral, right? Annual, biennial, perennial, ephemeral. The animals of a certain region, ये word बहुत important है, किसी भी particular region, खास area, specific area ਦੇ जो animals ने, ये सारे animals, ਉਹਨਾਂ ਨੂੰ ਕਿਹਾ ਜਾਂਦਾ ਹੈ fauna, ਔਰ ਇਸ ਕਿਸੇ ਵੀ ਰੀਜਨ ਦੇ plants ਔਰ vegetation ਨੂੰ, trees ਕਹਿ ਸਕਦੇ ਹੋ ਤੁਸੀਂ, ਕਿ ਉਸ ਨੂੰ ਆਪਾਂ ਕਹਿੰਦੇ ਆ flora. Fauna and flora, दोनों words mostly ਇਕੱਠੇ ਹੀ ਆਉਂਦੇ ਹੁੰਦੇ ਨੇ, means that covers animals as well as trees also, okay. Fauna, flora. Absence of rain for a long time, ਸੁੱਕਾ ਆਪਾਂ ਕਹਿ ਦਿੰਦੇ ਹਾਂ ਇਸਨੂੰ ਕੀ, okay. That is called drought, okay. Drought. Then we have the dead skin cast off by a snake, okay. ਇਹ ਤੁਹਾਨੂੰ ਪਤਾ ਹੀ ਹੋਏਗਾ ਜੋ ਸਨੇਕ ਹੈ ਕੁਝ ਟਾਈਮ ਦੇ ਬਾਅਦ ਆਪਣੀ ਸਕਿਨ ਜਿਹੜੀ ਹੈ ਉਹ ਸ਼ੈਡ ਕਰ ਦਿੰਦਾ ਹੈ, ਉਤਾਰ ਦਿੰਦਾ ਹੈਗਾ, okay. ਉਸ ਡੈਡ ਸਕਿਨ ਨੂੰ ਕੀ ਕਿਹਾ ਜਾਂਦਾ ਹੈ? ਸਲਫ। ਹੁਣ ਆਪਣੇ ਕੋਲ ਜਿਹੜੇ ਵਰਡਸ ਆ ਰਹੇ ਨੇ ਉਹ ਪੇਅਰਸ ਦੇ ਵਿੱਚ ਨੇ, ਲਾਈਕ ਤੁਸੀਂ ਦੇਖੋ ਰਾਈਟਿੰਗ that is easy to read, ਇਹ ਵੀ ਇੰਪੋਰਟੈਂਟ ਵਰਡਸ ਨੇ, ਸਾਰੇ ਵਰਡਸ ਹੀ ਇਹ ਇੰਪੋਰਟੈਂਟ ਨੇ। ਰਾਈਟਿੰਗ that is easy to read, ਜਿਸਨੂੰ ਕਿ ਆਪਾਂ ਈਜ਼ੀਲੀ ਪੜ੍ਹ ਸਕੀਏ, ਠੀਕ ਹੈ, ਉਸਨੂੰ ਆਪਾਂ ਕੀ ਕਹਿੰਦੇ ਆ? ਲੈਜੀਬਲ। ਜਿਹੜੀ ਰਾਈਟਿੰਗ ਆਪਾਂ ਪੜ੍ਹ ਸਕੀਏ, ਸਾਫ ਸੁਥਰੀ ਦੀ ਨਹੀਂ ਮੈਂ ਗੱਲ ਕਰ ਰਹੀ, ਸੋਹਣੀ ਦੀ ਨਹੀਂ ਗੱਲ ਕਰ ਰਹੀ, ਪੜ੍ਹਨ ਦੀ ਗੱਲ ਕਰ ਰਹੀ ਹਾਂ।
कि दैट इज रीडेबल, उसको किया जाता है लेजिबल, और इसका ऑपोजिट है डिफिकल्ट टू रीड, इलेजिबल। लेजिबल दे अगे की लग गया इल, तो वर्ड बन गया इलेजिबल। अ पर्सन हु कैन रीड, बहुत ही सिंपल वर्ड है, लिटरेट। कि पढ़िया होया या अनपढ़ ਆਪਾਂ ਕਹਿ ਦਿੰਨੇ ਆ ਕਿ ਜਿਹੜਾ ਪੜਿਆ ਹੋਇਆ ਹੈ, ਸੌਰੀ ਜਿਹੜਾ ਪੜ ਸਕਦਾ ਹੈ ਉਸਨੂੰ ਆਪਾਂ ਕਹਿੰਦੇ ਲਿਟਰੇਟ, ਜਿਹੜਾ ਨਹੀਂ ਪੜ ਸਕਦਾ ਕੈਨ ਨਾਟ ਰੀਡ, ਇਲਿਟਰੇਟ। ਇਹਦੇ ਅੱਗੇ ਆਈਐਲ ਲੱਗ ਗਿਆ। ਥਿੰਗ ਕੈਨ ਬੀ ਈਟਨ, ਉਹ ਚੀਜ਼ਾਂ ਜਿਹੜੀਆਂ ਆਪਾਂ ਖਾ ਸਕਦੇ ਆ, ਉਹਨਾਂ ਚੀਜ਼ਾਂ ਨੂੰ ਕੀ ਕਹਿੰਦੇ ਆ ਐਡੀਬਲ। ਉਹ ਕੋਈ ਇੰਪੋਰਟੈਂਟ ਚੀਜ਼ ਨਹੀਂ ਹੈ, ਓਕੇ, ਕੋਈ ਖਾਸ ਚੀਜ਼ ਨਹੀਂ ਹੈ ਵੀ ਆਪਾਂ ਉਹਦਾ ਨਾਮ ਦੱਸ ਦਈਏ, ਕੋਈ ਵੀ ਚੀਜ਼ ਹੋ ਸਕਦੀ ਹੈ, ਐਨੀਥਿੰਗ ਕਿ ਜਿਹੜੀ ਕਿ ਖਾਈ ਜਾ ਸਕਦੀ ਹੈ ਐਡੀਬਲ, ਔਰ ਜਿਹੜੀ ਨਹੀਂ ਖਾਈ ਜਾ ਸਕਦੀ ਅਨਫਿਟ ਫॉर ਹਿਊਮਨ ਕੰਜ਼ੰਪਸ਼ਨ ਇਨਐਡੀਬਲ। ਠੀਕ, ਐਡੀਬਲ ਦੇ ਅੱਗੇ ਕੀ ਲੱਗ ਗਿਆ ਇਨ ਲੱਗ ਗਿਆ। ਓਕੇ, ਅ ਪਰਸਨ ਹੂ ਇਜ਼ ਫਿਟ ਟੂ ਬੀ ਚੋਜ਼ਨ, ਕਿ ਬਹੁਤ ਹੀ ਕਾਮਨ ਵਰਡ ਹੈ ਕਿ ਜਿਹੜੀ ਕਿ ਐਲੀਜੀਬਿਲਿਟੀ ਬਣਦੀ ਹੈ ਕਿ ਉਹਨੂੰ ਆਪਾਂ ਕਹਿੰਦੇ ਨੇ ਐਲੀਜੀਬਲ, ਵੀ ਉਹਨੂੰ ਚੂਜ਼ ਕੀਤਾ ਜਾ ਸਕਦਾ ਹੈ, ਉਹਦੀਆਂ ਕੁਆਲੀਫਿਕੇਸ਼ਨਸ ਪੂਰੀਆਂ ਨੇ, ਐਲੀਜੀਬਲ। not having the qualities of being chosen, unfit कह लो तुसी, ineligible। loud enough to be heard, ठीक, वो आवाज ਜਿਹੜੀ ਕਿ ਸੁਣੀ ਜਾ ਸਕੇ audible, ठीक, इसਨੂੰ ਆਪਾਂ ਕਹਿੰਦੇ ਆ audible। और ਜਿਹੜੀ ਆਵਾਜ਼ ਆਪਾਂ ਨਹੀਂ ਸੁਣ ਸਕਦੇ, ਜਿਹੜੀ ਕਿ ਆਪਣੇ ਕੰਨਾਂ ਤੱਕ ਨਹੀਂ ਪਹੁੰਚਦੀ, ਜਿਹੜੀ ਕਿ ਕਲੀਅਰ ਨਹੀਂ ਹੁੰਦੀ ਆਪਾਂ ਨੂੰ, ਉਸ ਨੂੰ ਕੀ ਕਿਹਾ ਜਾਂਦਾ ਹੈ inaudible, not clear। born of married parents, okay, married parents तो जेड़ा birth ਹੁੰਦਾ है that is called legitimate, okay, और born of unmarried parents illegitimate, IL लग गया कि ये opposites ने सारे words, okay। ਹੁਣ बहुत ही important word आ रहे हैं अपने को, to move from one country to another, okay? एक country तो दूसरी country move कर जाना, ਉਹਨੂੰ ਕਿਹਾ ਜਾਂਦਾ ਹੈ migrate, ਮਾਈਗ੍ਰੇਟ ਕਹਿ ਦਿੰਦੇ ਆ, ਮਾਈਗ੍ਰੇਸ਼ਨ ਕਹਿ ਦਿੰਦੇ ਆ, ਠੀਕ। ਪਰ ਇਸ ਦੇ ਨਾਲ ਜਿਹੜਾ ਸਪੈਸ਼ਲ ਵਰਡ ਆਉਂਦਾ ਹੈਗਾ, ਜਿਹੜਾ ਬੰਦਾ ਆਪਣੀ ਕੰਟਰੀ ਛੱਡ ਕੇ ਦੂਜੀ ਕੰਟਰੀ 'ਚ ਜਾ ਕੇ ਸੈਟਲ ਹੁੰਦਾ ਹੈ, ਕਿ ਵਨ ਹੂ ਲੀਵਸ ਵਨਸ ਕੰਟਰੀ, ਠੀਕ, ਆਪਣੀ ਕੰਟਰੀ ਛੱਡ ਕੇ ਦੂਜੀ ਕੰਟਰੀ 'ਚ ਜਾ ਕੇ ਸੈਟਲ ਹੁੰਦਾ ਹੈ, ਉਹ ਹੈ ਐਮੀਗ੍ਰੇਟ, ਐਮੀਗ੍ਰੇਟ। ਤੇ ਵਨ ਹੂ ਕਮਸ ਇਨਟੂ ਅ ਫੋਰਨ ਕੰਟਰੀ, ਜਿਹੜਾ ਫੋਰਨ ਕੰਟਰੀ ਚ ਆਂਦਾ ਹੈ ਟੂ ਸੈਟਲ देयर, ਉਹ ਹੁੰਦਾ ਹੈ ਇਮੀਗ੍ਰੈਂਟ। ਇਹ ਥੋੜਾ ਜਿਹਾ ਬਹੁਤ ਹੀ ਮਾਈਨਿਊਟ ਜਿਹਾ ਡਿਫਰੈਂਸ ਹੈ, ਇਹਨੂੰ ਤੁਸੀਂ ਬਹੁਤ ਧਿਆਨ ਨਾਲ ਕਰਨਾ ਹੈ। ਜੋ ਪਰਸਨ ਛੱਡ ਕੇ ਜਾਏਗਾ ਆਪਣੀ ਕੰਟਰੀ, ਦੂਸਰੀ ਕੰਟਰੀ ਚ ਸੈਟਲ ਹੋਏਗਾ, ਉਹਨੂੰ ਕਹਾਂਗੇ ਐਮੀਗ੍ਰੇਟ, ਕਿ ਜਿਹੜਾ ਪਰਸਨ ਫੋਰਨ ਕੰਟਰੀ ਚ ਆਏਗਾ, ਉੱਥੇ ਸੈਟਲ ਹੋਏਗਾ, ਉਹ ਬਣ ਜਾਏਗਾ ਇਮੀਗ੍ਰੈਂਟ। ਕਿ ਲਾਈਕ ਕੋਈ ਇੰਡੀਆ ਦਾ ਪਰਸਨ ਜਾ ਕੇ ਕੈਨੇਡਾ ਸੈਟਲ ਹੋ ਰਿਹਾ ਹੈਗਾ, ਉਹ ਸਾਡੇ ਲਈ ਕੀ ਹੈ ਐਮੀਗ੍ਰੈਂਟ ਹੈ, ਔਰ ਉਹ ਜਿਹੜਾ ਕੈਨੇਡਾ ਵਾਲਿਆਂ ਵਾਸਤੇ ਉਹ ਕੀ ਹੈ ਇਮੀਗ੍ਰੈਂਟ ਹੈ। ਸੋ ਮਾਈਗ੍ਰੇਟ, ਇਮੀਗ੍ਰੇਟ, ਐਮੀਗ੍ਰੇਟ, ਤਿੰਨ ਵਰਡਸ ਨੇ, ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੈ। to send back a person to his own country, ਕਿ ਕੋਈ ਬਾਹਰ ਜਾ ਕੇ ਸੈਟਲ ਹੋਇਆ ਹੈ ਪਰ ਉਸਦੇ ਲਾਜ਼ ਦੇ ਨਾਲ ਕੋਈ ਪ੍ਰੋਬਲਮ ਹੈ, ਤਾਂ ਉਸ ਪਰਸਨ ਨੂੰ ਵਾਪਸ ਭੇਜਿਆ ਜਾਂਦਾ ਹੈ। that process is known as repatriate, repatriate, and to banish from one's country, अपनी कंट्री जो बाहर काट देना, expatriate, re मतलब again, ex means बाहर, repatriate कंट्री जो वापस भेज देना, expatriate कंट्री जो बाहर काट देना। लव ऑफ वंस कंट्री बहुत ही कॉमन वर्ड है, पैट्रियटिज्म, पैट्रियट कह देने पर्सन नु, पैट्रियटिज्म, पैट्रियटिक के सारे वर्ड्स इत्थे बनते हैं। गुड्स ब्रॉट इनटू अ कंट्री, वो चीज़ां ਜਿਹੜੀਆਂ ਕਿ ਕੰਟਰੀ ਕਿਸੇ ਦੂਸਰੇ ਕੰਟਰੀ ਤੋਂ ਆਪਣੀ ਕੰਟਰੀ ਚ ਆਉਂਦੀਆਂ ਨੇ ਇੰਪੋਰਟ, ਔਰ ਜਿਹੜੀਆਂ ਕੰਟਰੀ ਤੋਂ ਬਾਹਰ ਜਾਂਦੀਆਂ ਨੇ एक्सपोर्ट, इंपोर्ट एक्सपोर्ट बहुत ही कॉमन वर्ड है। इसके नाल जो रिलेटेड वर्ड है, a list of table of duties, table
on exports and imports। ਜਿਹੜੇ ਐਕਸਪੋਰਟ ਔਰ ਇੰਪੋਰਟ ਨੇ ਉਹਨਾਂ ਤੇ ਜਿਹੜੀਆਂ ਡਿਊਟੀਆਂ ਲੱਗਦੀਆਂ ਨੇ, ਠੀਕ ਹੈ, ਜਿਹੜੇ ਟੈਕਸਿਸ ਲੱਗਦੇ ਨੇ, ਜਿਹੜੀ ਉਹ ਲਿਸਟ ਹੁੰਦੀ ਹੈ, ਉਸ ਲਿਸਟ ਨੂੰ ਆਪਾਂ ਕੀ ਕਹਿੰਦੇ ਹਾਂ, ਟੈਰਿਫ। ਕੀ ਕਿਹਾ ਜਾਂਦਾ ਹੈ ਉਸਨੂੰ? we call it tariff। और कुछ ਆਪਾਂ परचेज करते हैं कि ਜਿਹਦੇ ਨਾਲ की क्वांटिटी और प्राइस ਜਿਹੜਾ है वो उस परचेज ਤੇ ਲਿਖਿਆ ਹੁੰਦਾ है। कुछ ਆਪਾਂ बाय कर रहे हैं ਤਾਂ ਉਹਦੇ ਨਾਲ ਇੱਕ ਆਪਣੇ ਕੋਲ ਬਿੱਲ ਆਂਦਾ ਹੈ ਕਿ ਜਿਹਦੇ ਤੇ ਕੁਆਂਟੀਟੀ ਵੀ ਲਿਖੀ ਹੁੰਦੀ ਹੈ, ਪ੍ਰਾਈਸ ਵੀ ਲਿਖਿਆ ਜਾਂਦਾ ਹੈ। ਉਸਨੂੰ ਟੈਕਨੀਕਲ ਲੈਂਗੁਏਜ ਆਪਾਂ ਕਹਿੰਦੇ ਇਨਵॉइस। ਬਿੱਲ ਕਹਿ ਦਿੰਦੇ ਆਪਾਂ ਆਪਣੀ ਲੈਂਗੁਏਜ, ਸਿੰਪਲ ਲੈਂਗੁਏਜ, ਪਰ ਟੈਕਨੀਕਲ ਲੈਂਗੁਏਜ ਇਟ ਇਜ਼ ਨੋਨ ਐਜ਼ ਇਨਵॉइस। that which cannot be conquered, invincible, ਜਿਸਨੂੰ ਜਿੱਤਿਆ ਨਹੀਂ ਜਾ ਸਕਦਾ। ਅਗੇਨ ਇਹਨਾਂ ਦੇ ਨਾਲ ਬੇਟਾ ਤੁਸੀਂ ਡਬਲ ਵਰਡਸ ਬਣਾ ਸਕਦੇ ਹੋ ਕਿ ਮੈਂ 네ਗੇਟਿਵ ਦੇ ਰਹੀ ਹਾਂ, ਕੈਨ ਨਾਟ ਬੀ ਕੰਕਰਡ, ਇਨਵਿੰਸੀਬਲ, that can be conquered or that can be defeated, vincible। ਓਕੇ, ਉਥੋਂ ਆਪਾਂ ਇਨ ਕੱਟ ਦਾਂਗੇ, ਵਿੰਸੀਬਲ ਰਹਿ ਜਾਏਗਾ। that which cannot be wounded or injured, जिसਨੂੰ जख्मी नहीं किया जा सकता, इनवल्नरेबल, और जिसਨੂੰ जख्मी किया जा सके, वल्नरेबल। that which cannot be rubbed out, erased। erased ਦਾ मतलब ये नहीं है कि कुछ किसी नोटबुक पे लिखता था ਉਹਨੂੰ erase करना है, not like that। कोई काम भी हो सकता है, कोई action हो सकता है, something like that। okay, indelible, indelible। incapable of making errors, ਜਿਹੜਾ ਗਲਤੀਆਂ ਨਹੀਂ ਕਰਦਾ, infallible। fallible ਜਿਹੜਾ ਗਲਤੀਆਂ ਕਰਦਾ ਹੈ, infallible। that cannot die, ਜਿਹੜਾ ਕਦੇ ਮਰ ਹੀ ਨਹੀਂ ਸਕਦਾ, immortal। okay, और ਆਪਾਂ ਕਹਿ ਦਿੰਦੇ ਜਿਹੜਾ ਖਤਮ ਹੋਣ ਵਾਲਾ ਹੈ, mortal। mortal and immortal। an instrument for detecting earthquakes, seismograph। seismograph, okay, earthquake ਨੂੰ measure करता है, ਜਿਹੜਾ detect करता है, that is called seismograph। book of names and addresses, बहुत common word है, directory। okay, ਜਿੱਥੇ ਕਿਸੇ ਏਰੀਏ ਦੇ ਸਾਰੇ ਹੀ names और addresses ਲਿਖੇ ਹੁੰਦੇ ਨੇ। book of accounts, showing debits and credits, ledger। accounts ਦਾ word ਹੈ ਇਹ, ledger ਕਿਹਾ ਜਾਂਦਾ ਹੈ ਜਿਹਦੇ ਵਿੱਚ ਸਾਰਾ ਕੁਝ मतलब कितना इनकम है, कितना एक्सपेंडिचर है, ਉਹਦਾ ਅਕਾਊਂਟ ਹੁੰਦਾ ਹੈ। a book containing information of all branches of knowledge, ਇੱਕ ਬੁੱਕ ਹੁੰਦੀ ਹੈ ਜਿਹਦੇ ਚ ਸਾਰੀ ਨੌਲੇਜ ਹੁੰਦੀ ਹੈ, ਸਾਰੀ ਇਨਫੋਰਮੇਸ਼ਨ ਹੁੰਦੀ ਹੈ, that's called encyclopedia। encyclopedia। a list of books in a library, collection of books ਆਪਾਂ ਪਹਿਲਾਂ ਕੀਤਾ ਸੀਗਾ ਲਾਸਟ ਵੀਡੀਓ ਦੇ ਵਿੱਚ। a place where we collect books is called library। ਉਸ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਬੁੱਕਸ ਨੇ ਉਹਨਾਂ ਦੀ ਲਿਸਟ ਜਿਹੜੀ ਹੈ, ਉਸ ਲਿਸਟ ਨੂੰ ਕੀ ਕਿਹਾ ਜਾਂਦਾ ਹੈ, ਕੈਟਾਲੌਗ ਔਰ ਬਿਬਲੀਓਗ੍ਰਾਫੀ। ਕੈਟਾਲੌਗ ਔਰ ਬਿਬਲੀਓਗ੍ਰਾਫੀ। an extract or selection from a book of writing। कोई भी बुक जो है बहुत बड़ी है, और ਉਹਦੇ ਵਿੱਚੋਂ ਆਪਾਂ ਇੱਕ ਐਕਸਟ੍ਰੈਕਟ ਕਰ ਲੈਣੇ, ਇੱਕ ਪਾਰਟ ਲੈ ਲੈਣੇ ਉਹਦੇ ਚੋਂ। ਸਾਰੀ ਬੁੱਕ ਦੀ ਜਗ੍ਹਾ ਇੱਕ ਛੋਟਾ ਜਿਹਾ ਪਾਰਟ, ਕੋਈ ਚੈਪਟਰ ਜਾਂ ਉਸ ਚੈਪਟਰ ਦੇ ਵਿੱਚ ਕੋਈ ਇਨਸੀਡੈਂਟ, ਉਸ ਨੂੰ ਲੈ ਲਿਆ ਜਾਂਦਾ ਹੈ, that is known as excerpt। excerpt। a list of headings of the business to be transacted at a meeting। ਕੋਈ ਮੀਟਿੰਗ ਹੁੰਦੀ ਹੈ, ਉਸ ਮੀਟਿੰਗ ਦੇ ਵਿੱਚ ਕਿਸ ਬਾਰੇ ਗੱਲ ਹੋਣੀ ਹੈ, ਕਿਸ ਦੀ ਡਿਸਕਸ਼ਨ ਹੋਣੀ ਹੈ, ਉਹਦੀ ਇੱਕ ਲਿਸਟ ਬਣਾਈ ਜਾਂਦੀ ਹੈ ਕਿ ਉਹ ਮੀਟਿੰਗ ਦਾ ਪਰਪਸ ਕੀ ਹੈ, ਕਿਸ ਬਾਰੇ ਕਿਸ ਇਸ਼ੂਜ਼ ਤੇ ਡਿਸਕਸ਼ਨ ਹੋਣੀ ਹੈ, ਔਰ ਉਸ ਲਿਸਟ ਨੂੰ ਕਿਹਾ ਜਾਂਦਾ ਹੈ ਏਜੰਡਾ। ਏਜੰਡਾ, ਓਕੇ। ਔਰ ਇਸ ਦੇ ਨਾਲ ਹੀ ਵਰਡ ਹੈ ਜਿਹੜਾ ਕਿ ਜਦੋਂ ਉਹ ਮੀਟਿੰਗ ਹੁੰਦੀ ਹੈ, ਉਸ ਮੀਟਿੰਗ ਦੇ ਜਿਹੜੇ ਰਿਜ਼ਲਟਸ ਨਿਕਲਦੇ ਨੇ, ਕੀ ਡਿਸਕਸ਼ਨ ਹੋਈ ਔਰ ਉਹਨਾਂ ਡਿਸਕਸ਼ਨ ਤੇ ਕੀ ਡਿਸੀਜਨ ਹੋਇਆ, ਉਹਨੂੰ ਕਿਹਾ ਜਾਂਦਾ ਹੈ ਮਿਨਟਸ।
ਹੁਣ ਇਹ ਨਾ ਸੋਚਿਓ ਵੀ ਮਿੰਟਸ ਦਾ ਟਾਈਮ ਵਾਸਤੇ ਆਪਾਂ ਯੂਜ਼ ਕਰਦੇ ਆ, ਸੈਕਿੰਡਸ ਮਿੰਟਸ ਐਂਡ ਆਵਰਸ ਹੁੰਦਾ। ਮੀਟਿੰਗ ਦਾ ਵੀ ਏਜੰਡਾ ਤੇ ਮਿੰਟਸ ਹੁੰਦੇ ਆ। ਏਜੰਡਾ ਜਿਸ ਦੇ ਬਾਰੇ ਆਪਾਂ ਡਿਸਕਸ ਕਰਦੇ ਆ, ਔਰ ਉਸ ਡਿਸਕਸ਼ਨ ਤੋਂ ਬਾਅਦ ਕੀ ਡਿਸੀਜਨਸ ਹੋਏ, ਕੀ ਰਿਜ਼ਲਟਸ ਨਿਕਲਿਆ, ਉਹਦਾ ਇੱਕ ਰਿਕਾਰਡ ਹੁੰਦਾ ਹੈ। ਉਸ ਰਿਕਾਰਡ ਨੂੰ ਕਿਹਾ ਜਾਂਦਾ ਹੈ ਮਿੰਟਸ। The exclusive right of an author to publish or sell copies of his writing. कोई भी author है, वो कुछ लिखता है, वो उसकी प्रॉपर्टी ਹੁੰਦੀ ਹੈ, ਔਰ ਉਸਦੇ ਉਹ ਰਾਈਟਸ ਹੁੰਦੇ ਨੇ ਕਿ ਉਹ ਚਾਹੇ ਕਿਸੇ ਨੂੰ ਪਬਲਿਸ਼ ਕਰਨ ਤੋਂ ਮਨਾ ਕਰੇ ਜਾਂ ਪਬਲਿਸ਼ ਕਰਨ ਦਾ ਰਾਈਟਸ ਦੇਵੇ, ਕਿ ਜਾਂ ਉਹਦੀਆਂ ਜਿਹੜੀਆਂ ਕਾਪੀਜ਼ ਨੇ ਉਹ ਵੇਚੇ ਜਾਂ ਨਾ ਵੇਚੇ। ਕਿ ਉਸ ਐਕਸਕਲੂਸਿਵ ਰਾਈਟ ਨੂੰ ਆਪਾਂ ਕਹਿੰਦੇ ਆ ਕਾਪੀਰਾਈਟ। ਬਹੁਤ ਇੰਪੋਰਟੈਂਟ ਵਰਡ ਹੈ ਇਹ, ਕਾਪੀਰਾਈਟ। ਹਰ ਆਥਰ ਦਾ ਕਾਪੀਰਾਈਟ ਹੁੰਦਾ ਹੈ, ਜੋ ਕੁਝ ਵੀ ਉਹ ਲਿਖਦਾ ਹੈਗਾ ਉਹ ਉਸਦਾ ਅਧਿਕਾਰ ਹੁੰਦਾ ਹੈ ਕਿ ਉਹ ਉਸ ਨੂੰ ਸੇਲ ਕਰ ਸਕਦਾ ਜਾਂ ਨਹੀਂ ਕਰ ਸਕਦਾ, ਜਾਂ ਉਸਦਾ ਕੋਈ ਪਾਰਟ ਜਿਹੜਾ ਹੈ ਉਹ ਕਹਿ ਸਕਦਾ ਵੀ ਇਸਨੂੰ ਪਬਲਿਸ਼ ਕੀਤਾ ਜਾ ਸਕਦਾ ਹੈ। ਡਿਪੈਂਡਸ ਅਪਨ ਹਿਮ ਔਰ ਹਰ। ਔਰ ਪਾਸਿੰਗ ਆਫ ਅਨਦਰਸ ਵਰਕ ਐਜ਼ ਵਨਸ ਓਨ। ਜੇ ਤੁਸੀਂ ਕਿਸੇ ਹੋਰ ਦਾ ਕੰਮ ਆਪਣੇ ਕੰਮ 'ਚ ਸ਼ੋ ਕਰਦੇ ਹੋ, ਤੁਸੀਂ ਇਹ ਸ਼ੋ ਕਰਦੇ ਹੋ ਕੰਮ ਕਿਸੇ ਹੋਰ ਨੇ ਕੀਤਾ ਹੋਇਆ, ਪਰ ਤੁਸੀਂ ਉਸਨੂੰ ਇਹ ਸ਼ੋ ਕਰ ਰਹੇ ਹੋ ਵੀ ਇਹ ਤੁਹਾਡਾ ਕੰਮ ਹੈ, that is called plagiarism। ਪਲੈਜੀਅਰਿਜ਼ਮ ਬਹੁਤ ਵੱਡਾ ਕ੍ਰਾਈਮ ਹੈ ਅੱਜ ਦੇ ਟਾਈਮ ਦੇ ਵਿੱਚ, ਕਿ ਕਿਸੇ ਹੋਰ ਦਾ ਕੰਮ ਜਿਹੜਾ ਹੈ ਉਹ ਕੋਈ ਵੀ ਹੋ ਸਕਦਾ ਹੈ, ਕੁਝ ਲਿਖਾ ਮਤਲਬ ਕੋਈ ਰਾਈਟਿੰਗ ਹੋ ਸਕਦੀ ਹੈ, ਕੋਈ ਇਨਵੈਂਸ਼ਨ ਹੋ ਸਕਦੀ ਹੈ, ਕੋਈ ਡਿਸਕਵਰੀ ਹੋ ਸਕਦੀ ਹੈ, ਕੁਝ ਵੀ ਹੋ ਸਕਦਾ ਹੈ, ਪਰ ਉਹ ਕਿਸੇ ਹੋਰ ਨੇ ਜੋ ਕੰਮ ਕੀਤਾ ਹੋਇਆ ਹੈ ਤੇ ਉਸ ਨੂੰ ਤੁਸੀਂ ਆਪਣਾ ਸ਼ੋ ਕਰ ਰਹੇ ਹੋ, that is called plagiarism। A record of one's life written by oneself। ਸਿੰਪਲ ਵਰਡ ਹੈ ਕਿ ਆਪਣੇ ਬਾਰੇ ਲਿਖਣਾ, ਕਿ ਮੇਰੀ ਲਾਈਫ ਦੇ ਵਿੱਚ ਕੀ ਹੋਇਆ, ਮੈਂ ਕਿਵੇਂ ਕੀ ਕੁਝ ਕੀਤਾ, ਸਭ ਕੁਝ ਮੈਂ ਆਪਣੇ ਬਾਰੇ ਸਭ ਕੁਝ ਲਿਖ ਰਹੀ ਹਾਂ, that is called autobiography। auto means self। record of a life of a person, ਕਿ ਮੈਂ ਸਪੋਜ਼ ਕਿਸੇ ਦੂਸਰੇ ਪਰਸਨ ਦੀ ਲਾਈਫ ਬਾਰੇ ਲਿਖ ਰਹੀ ਹਾਂ, ਕੀ ਹੋਇਆ ਉਸਦੀ ਲਾਈਫ ਦੇ ਵਿੱਚ, ਉਹਦਾ ਬਰਥ ਕਿੱਥੇ ਸੀ, ਕਿਸ ਦਾ ਇਨਫਲੂਐਂਸ ਸੀ, whatever it is, ਕਿ ਉਸਨੂੰ ਕਿਹਾ ਜਾਂਦਾ ਹੈ ਬਾਇਓਗ੍ਰਾਫੀ। ਬਾਇਓਗ੍ਰਾਫੀ ਕਿਸੇ ਹੋਰ ਦੀ ਲਾਈਫ, ਆਟੋਬਾਇਓਗ੍ਰਾਫੀ ਆਪਣੀ ਲਾਈਫ। A succession of the same initial letters in a passage। Initial ਹੁੰਦਾ starting, beginning। ਕਿਸੇ ਵੀ ਪੈਸੇਜ ਦੇ ਵਿੱਚ, ਕਿਸੇ ਵੀ ਲਾਈਨ ਦੇ ਵਿੱਚ ਜਿਹੜੇ ਫਸਟ ਵਰਡ ਲੈਟਰ ਨੇ, ਵਰਡ ਦੇ ਫਸਟ ਲੈਟਰ ਨੇ, ਜੇ ਉਹ ਰਿਪੀਟ ਹੋ ਰਿਹਾ ਹੈ ਉਸਨੂੰ ਕਿਹਾ ਜਾਂਦਾ ਹੈ ਐਲੀਟ੍ਰੇਸ਼ਨ। ਐਲੀਟ੍ਰੇਸ਼ਨ। ਕਿ ਜੇ ਕਿਸੇ ਲਾਈਨ 'ਚ ਆ ਰਿਹਾ ਹੈ ਰੈਡ ਰੋਜ਼, ਰੋਜ਼ ਤਾਂ ਆਬਵੀਅਸਲੀ ਰੈਡ ਹੀ ਹੁੰਦਾ ਹੈ, ਪਰ ਆਪਾਂ ਫਿਰ ਵੀ ਉਹਦੇ ਐਮਫੈਸਿਸ ਕਰ ਰਹੇ ਹਾਂ ਰੈਡ ਰੋਜ਼, ਤਾਂ ਆਰ ਜਿਹੜਾ ਵਰਡ ਹੈ ਲੈਟਰ ਹੈ ਉਹ ਰਿਪੀਟ ਹੋ ਰਿਹਾ, ਤਾਂ ਇਹ ਕੀ ਬਣ ਗਿਆ ਐਲੀਟ੍ਰੇਸ਼ਨ। One who writes plays, ਜਿਹੜਾ plays ਲਿਖਦਾ ਹੈ, ਨੋਵਲ ਨਹੀਂ plays ਦੀ ਗੱਲ ਹੋ ਰਹੀ ਹੈ। ਡਰਾਮਾਟਿਸਟ ਜਾਂ playwright, ਕਿ ਸਪੈਲਿੰਗ ਧਿਆਨ ਨਾਲ ਦੇਖਣੇ ਨੇ ਤੁਸੀਂ, W ਨਾਲ ਹੁੰਦਾ ਰਾਈਟ, ਤੇ playwright ਜਿਹੜਾ plays ਲਿਖੇਗਾ playwright, ਜਿਹੜਾ ਨੋਵਲ ਲਿਖੇਗਾ novelist, ਜਿਹੜਾ poems ਲਿਖੇਗਾ poet। fluent in 2 languages, ਕਿ 2 ਦਾ ਮੈਂ ਤੁਹਾਨੂੰ ਦੱਸਿਆ ਸੀ ਬਾਈ, language is lingual, bilingual। The exclusive right to buy or sell a commodity। exclusive means ਕੱਲਾ, ਕੱਲੇ ਉਸੇ ਨੂੰ ਹੀ ਰਾਈਟਸ ਨੇ ਕਿ ਉਹ ਕੋਈ ਵੀ ਚੀਜ਼ ਜਿਹੜੀ ਹੈ ਉਹ ਬਾਏ ਕਰ ਸਕਦਾ ਹੈ ਜਾਂ ਸੈਲ ਕਰ ਸਕਦਾ ਹੈ, that's called monopoly, not monopoly, no, monopoly। unable to pay one's debt, debt ਹੁੰਦਾ ਕਰਜ਼ਾ, ਜਿਹੜਾ ਬੰਦਾ ਕਰਜ਼ਾ ਨਾ ਦੇ ਸਕੇ, insolvent, ਇਸਨੂੰ ਆਪਾਂ ਕਹਿ ਦਿੰਦੇ ਹਾਂ ਦਿਵਾਲੀਆ, ਦਿਵਾਲੀਆ ਹੋ ਗਿਆ ਬੰਦਾ, insolvent। loss of memory, ਯਾਦਦਾਸ਼ਤ ਦਾ ਚਲੇ ਜਾਣਾ, amnesia, amnesia। living on flesh, flesh means mass, ਜਿਹੜਾ ਬੰਦਾ ਮਾंस ਖਾ ਕੇ, ਬੰਦਾ ਕਹਿ ਲੋ ਜਾਂ ਐਨੀਮਲਸ ਕਹਿ ਲੋ,
बर्ड्स कह लो, कुछ भी है, ठीक है, जो सिर्फ फ्लैश से जिंदा है, कार्निवरस, कार्निवरस। लिविंग ऑन ग्रास, काफू खांदा है। हर्बीवरस, हर्बीवरस कि ਹਰਬਸ ਜਿਹੜੀਆਂ ਜੜੀ ਬੂਟੀਆਂ ਹੁੰਦੀਆਂ ਨੇ ਉਥੋਂ, ਮਤਲਬ ਘਾਹ ਫੂਸ ਦੀ ਗੱਲ ਆਪਾਂ ਕਰ ਲੈਂਦੇ ਆ ਯਾਦ ਰੱਖਣ ਦੇ ਲਈ ਕਿ that is herbivorous, ਕਿ ਜਿਹੜਾ ਫਲੈਸ਼ ਖਾਂਦਾ ਹੈ carnivorous, living on all kinds of food, ਜਿਹੜਾ ਸਭ ਕੁਝ ਖਾ ਲੈਂਦਾ, both, ਸਰ not only grass and flesh but ਹੋਰ ਵੀ ਚੀਜ਼ਾਂ ਜਿਹੜੀਆਂ ਨੇ, ਫਿਸ਼ ਹੋ ਜਾਂਦੀ ਹੈ ਜਾਂ ਕੁਝ ਹੋਰ ਵੀ ਆ ਗਿਆ, ਠੀਕ। omnivorous, omni ਹੁੰਦਾ ਸਭ ਕੁਝ, omnivorous, the bony framework of the body, मतलब जे ਆਪਾਂ ਹਿਊਮਨ ਬੋਡੀ ਦੀ ਗੱਲ ਕਰੀਏ ਤਾਂ ਉੱਥੇ ਕੁਝ ਵੀ ਜਿਹੜਾ ਹੁੰਦਾ ਹੈਗਾ ਕਿ ਆਪਾਂ ਉੱਪਰੋਂ ਸਭ ਕੁਝ ਚੱਕ ਦਈਏ ਤਾਂ ਪਿੱਛੇ ਕੀ ਬਚਦਾ ਹੈਗਾ ਇੱਕ, that's called skeleton, skeleton, a hollow place in a wall for a statue, ਕਿਸੇ ਵੀ wall ਦੇ ਵਿੱਚ ਕੋਈ ਜਗ੍ਹਾ ਬਣਾਤੀ ਜਾਂਦੀ ਹੈ, ਹੋਲੋ ਖਾਲੀ ਜਗ੍ਹਾ ਬਣਾਤੀ ਜਾਂਦੀ ਹੈ ਜਿਹਦੇ ਚ ਇੱਕ ਸਟੈਚੂ ਫਿੱਟ ਹੋ ਸਕੇ, ਉਸ ਪਲੇਸ ਨੂੰ ਕੀ ਕਿਹਾ ਜਾਂਦਾ ਹੈ, ਨੀਸ਼, that is called niche, right? So that covers almost all the sentences, all the one word substitutions, okay, that are important not only for any examination but for your day-to-day life also, for your vocabulary also. So go through these videos. If you haven't gone to my earlier videos, the first part and second part of one word substitutions, go to that video also, and you will feel good. Thanks for watching. Happy learning.